ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8th ਦਾ ਸਾਇੰਸ ਦਾ ਪ੍ਰੀ ਬੋਰਡ ਪੇਪਰ 2022-23 ਦਾ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਜਲਦੀ ਪਹੁੰਚ ਜਾਵੇ और तुसी अपने पेपरां दी तैयारी करके वधिया तो वधिया नंबर लैके पास हो सको। सो ज़्यादा टाइम ना वेस्ट करते हुए फिर स्टार्ट करते हैं जी अज सैशन 2023 का साइंस का 8th क्लास का प्री बोर्ड का पेपर। फर्स्ट क्वेश्चन है जी अपने को द प्रोसैस ऑफ कन्वर्जन ऑफ शुगर इनटू अल्कोहल इज कॉल्ड। ਇਹਦਾ मतलब की ਬਣਿਆ कि खंड ਦੇ अल्कोहल शराब ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ। ਪਹਿਲੇ ਨੰਬਰ ਤੇ ਪੁਆਇੰਟ ਹੈ ਸਾਡੇ ਕੋਲ ਨਾਈਟ੍ਰੋਜਨ ਫਿਕਸੇਸ਼ਨ एंड मोल्डिंग, फिर है फर्मेंटेशन। तो साडे कोल आंसर की है इत्थे फर्मेंटेशन, जिसनूं असीं खमीरन किरिया भी कह दिंदे हां। सैकंड नंबर ते क्वेश्चन अपने कोल नेम द इंसैक्ट विच इज द कैरियर ऑफ पैरासाइट मलेरिया, कि जिहड़ा मलेरिया है वो किस दे नाल हुंदा है। तो इहदे विच देखो ऑप्शन नंबर 1 है फीमेल एनोफिल्स मॉस्किटो, यानी मच्छर दे नाल हुंदा है। क्वेश्चन नंबर 3 अपने कोल A tadpole develops into an adult frog by the process of। एक टैडपोल जिसनों ਅਸੀਂ ਡੱਡੂ ਦਾ ਲਾਰਵਾ ਵੀ ਕਹਿ ਦਿੰਦੇ ਆ, ਜਿਸ ਪ੍ਰਕਿਰਿਆ ਦੁਆਰਾ ਪਰੋੜ ਦੇ ਵਿੱਚ ਵਿਕਸਿਤ ਹੁੰਦਾ ਹੈ ਉਹਦਾ ਪ੍ਰੋਸੈਸ ਜਿਹੜਾ ਆਪਾਂ ਦੱਸਣਾ ਹੈ। ਨੰਬਰ 1 ਤੇ ਆਪਸ਼ਨ ਹੈ ਸਾਡੇ ਕੋਲ ਫਰਟੀਲਾਈਜੇਸ਼ਨ, ਨੰਬਰ 2 ਤੇ ਸਾਡੇ ਕੋਲ ਮੈਟਾਮੋਰਫੋਸਿਸ, ਨੰਬਰ 3 ਤੇ ਹੈ ਇੰਬੈਡਿੰਗ ਐਂਡ ਨੰਬਰ 4 ਤੇ ਹੈ ਬਰਡਿੰਗ। ਇਹਦੇ ਕੋਲ ਸਹੀ ਆਨਸਰ ਕੀ ਹੈ ਮੈਟਾਮੋਰਫਿਸਿਸ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਾਇਆ ਪਰਿਵਰਤਨ ਵੀ ਕਹਿ ਦਿੰਦੇ ਆ। ਕੁਐਸਚਨ ਨੰਬਰ 4 ਆਪਣੇ ਕੋਲ The number of nuclei present in a zygote is। zygote ਦੇ ਵਿੱਚ ਨਿਊਕਲਾਈਡ ਦੀ ਗਿਣਤੀ ਦੱਸਣੀ ਅਸੀਂ ਕਿੰਨੀ ਹੈ, ਤਾਂ ਇਹਦੇ ਵਿੱਚ ਆਨਸਰ ਹੋਏਗਾ ਸਾਡੇ ਕੋਲ 1। ਕੁਐਸਚਨ ਨੰਬਰ 5 ਹੈ ਜੀ ਆਪਣੇ ਕੋਲ। ਕੁਐਸਚਨ ਨੰਬਰ 5 ਹੈ ਜੀ ਆਪਣੇ ਕੋਲ 4 children were asked to arrange forces due to rolling। ਕਹਿੰਦੇ 4 ਬੱਚਿਆਂ ਨੂੰ forces ਜਿਹੜਾ ਅਰੇਂਜ ਕਰਨ ਲਈ ਕਿਹਾ ਗਿਆ due to rolling, static and sliding friction in a decreasing order। their arrangements are given below। ਕਹਿੰਦੇ ਉਹਨਾਂ ਦੇ ਅਰੇਂਜਮੈਂਟ ਸੀਗੇ ਉਹ ਨੀਚੇ ਦਿੱਤੇ ਹੋਏ ਨੇ। चूज द करेक्ट अरेंजमेंट, तुसी करेक्ट अरेंजमेंट चूज करना है। तो ਇਹਦੇ ਵਿੱਚ सही आंसर है जी नंबर सी स्टैटिक, स्लाइडिंग एंड रोलिंग। क्वेश्चन नंबर 6 ਦਾ ਆਪਣੇ ਕੋਲ साउंड कैन बी ट्रांसमिटेड थ्रू अ मीडियम विच। ਕਹਿੰਦੇ साउंड ਜਿਹੜੀ ਹੈ ट्रांसमिटेड हो सकती है, यानी किसी चीज ਤੋਂ ਲੰਘ ਸਕਦੀ ਹੈ, ਕਿਹੜੇ ਮੀਡੀਅਮ ਦੇ ਵਿੱਚੋਂ। ਤਾਂ ਇੱਥੇ ਆਨਸਰ ਹੋਏਗਾ ਦੇਖੋ ਸੋਲਿਡ, ਲਿਕੁਇਡ ਐਂਡ ਗੈਸਿਸ, ਨੰਬਰ 4 ਤੇ। ਕੁਐਸਚਨ ਨੰਬਰ 7 ਆਪਣੇ ਕੋਲ which of the following voice is likely to have minimum frequency। ਕਹਿੰਦੇ ਕਿ ਨੀਚੇ ਜਿਹੜੇ ਆਪਸ਼ਨ ਦਿੱਤੇ ਹੋਏ ਨੇ ਤੁਹਾਡੇ ਕੋਲ ਇਹਨਾਂ ਚੋਂ ਕਿਸ ਦੀ ਜਿਹੜੀ ਮਿਨੀਮਮ ਫ੍ਰੀਕੁਐਂਸੀ ਹੈ। ਦੇਖੋ ਬੇਬੀ ਗਰਲ, बेबी बॉय, अ मैन एंड वूमेन। तो ऑप्शन की होएगा साडे कोल नंबर 3 अ मैन। क्वेश्चन नंबर 8 अपने कोल द एंगल ऑफ इंसीडेंस इज इक्वल टू द एंगल ऑफ रिफ्लेक्शन। कहंदे जेड़े इंसीडेंस दा एंगल हुंदा है कि वो बराबर हुंदा है एंगल ऑफ रिफ्लेक्शन दे। तो ਅਸੀਂ ਕਹਾਂਗੇ ਇਸ ਦਾ ਆਨਸਰ ਆਲਵੇਜ਼। क्वेश्चन नंबर 9 है जी अपने कोल a reflection is created by a plane mirror। ਕਹਿੰਦੇ ਕਿ ਰਿਫਲੈਕਸ਼ਨ ਜਿਹੜਾ ਉਹ ਕ੍ਰੀਏਟ ਕੀਤਾ ਜਾਂਦਾ ਹੈ ਪਲੇਨ ਮਿਰਰ ਦੁਆਰਾ। ਤਾਂ ਰਿਫਲੈਕਸ਼ਨ ਕੀ ਬਣਦਾ ਸਾਡੇ ਕੋਲ वर्चुअल एंड सेम साइज। नेक्स्ट है साडे कोल फिलिंग दी ब्लैंक्स। नंबर 1 ते साडे कोल व्हाट इज द लीस्ट पोल्यूटिंग फ्यूल फॉर द व्हीकल्स। कहंदे वाहनां दे लई सब तो घੱਟ प्रदूषक बालन किहड़ा, ਤਾਂ ਆਨਸਰ ਹੋਏਗਾ ਸਾਡੇ ਕੋਲ ਇੱਥੇ CNG। ਨੰਬਰ 2 ਤੇ ਹੈ a liquid fuel used in homes is। ਕਹਿੰਦੇ ਘਰਾਂ ਦੇ ਵਿੱਚ ਕਿਹੜੀ ਲਿਕੁਇਡ ਫਿਊਲ ਜਿਹੜਾ ਯੂਜ਼ ਹੁੰਦਾ ਹੈ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੜੇ ਯੂਜ਼ ਹੁੰਦਾ ਹੈ LPG। ਨੰਬਰ 3 ਦੇ ਸਾਡੇ ਕੋਲ ਮਾਈਗ੍ਰੇਟਰੀ ਬਰਡਸ ਫਲਾਈ ਟੂ ਫਾਰ ਅਵੇ ਪਲੇਸਿਸ ਬਿਕੋਜ਼ ਆਫ ਡੈਸ਼ ਚੇਂਜਿਸ। ਕਹਿੰਦੇ ਜਿਹੜੇ ਪ੍ਰਵਾਸੀ ਪੰਛੀ ਹੁੰਦੇ ਨੇ ਆਪਣੇ ਕੁਦਰਤੀ ਸਥਾਨਾਂ ਤੋਂ ਡੈਸ਼ ਦੇ ਪਰਿਵਰਤਨ ਕਾਰਨ ਦੂਰ ਦਰੇਡੇ ਸਥਾਨਾਂ ਵੱਲ ਪ੍ਰਵਾਸ ਕਰਦੇ ਨੇ। ਤਾਂ ਉਹ ਕਾਰਨ ਕੀ ਹੈ ਜਿਸ ਕਰਕੇ ਉਹ ਪ੍ਰਵਾਸ ਕਰਦੇ ਨੇ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ। ਤਾਂ ਇੱਥੇ ਆਨਸਰ ਲਿਖਾਂਗੇ ਅਸੀਂ ਕਲਾਈਮੇਟ ਚੇਂਜ। ਨੰਬਰ 4 ਤੇ ਆ ਸਾਡੇ ਕੋਲ ਟੂ ਮੂਵ ਅ ਲੋਡਡ ਟਰਾਲੀ ਵੀ ਹੈਵ ਟੂ। ਕਹਿੰਦੇ ਜਦੋਂ ਕਿਸੇ ਟਰਾਲੀ ਨੂੰ ਮੂਵ ਕਰਨਾ ਹੈ ਤਾਂ ਅਸੀਂ ਇੱਥੇ ਕਿਸ ਤਰ੍ਹਾਂ ਮੂਵ ਕਰਾਂਗੇ पुल एंड पुश। पुल एंड पुश करके इसनू मूव कर दांगे। नंबर 5 था साडे कोल स्लाइडिंग फ्रिक्शन इज डैश दैन रोलिंग फ्रिक्शन। कहंदे स्लाइडिंग फ्रिक्शन हुंदी है रोलिंग फ्रिक्शन नालों की हुंदी है जी इत्थे ग्रेटर हुंदी है। 6 नंबर दे साडे कोल स्प्रिंकलिंग ऑफ पाउडर ऑन द कैरम बोर्ड डैश फ्रिक्शन। ਇੱਥੇ ਅਸੀਂ ਲਿਖਾਂਗੇ reduces friction। 7 ਤਾਂ ਸਾਡੇ ਕੋਲ a dash effect occurs when someone is electrocuted। ਇੱਥੇ ਆਨਸਰ ਆਏਗਾ ਸਾਡੇ ਕੋਲ electric shock। ਨੰਬਰ 8 ਤਾਂ ਸਾਡੇ ਕੋਲ if an electric current is passed through the copper sulfate solution। ਕਹਿੰਦੇ ਜਦੋਂ ਕਾਪਰ ਸਲਫੇਟ ਦੇ ਵਿੱਚੋਂ ਇਲੈਕਟ੍ਰਿਕ ਕਰੰਟ ਜਿਹੜਾ ਪਾਸ ਕਰਾਇਆ ਜਾਵੇ the copper solidifies
ਔਨ ਦਾ ਪਲੇਟ ਕਨੈਕਟਡ ਟੂ ਦਾ ਬੈਟਰੀ ਡੈਸ਼ ਟਰਮੀਨਲ, ਤੇ ਕਿਹੜੇ ਟਰਮੀਨਲ ਦੇ ਵਿੱਚੋਂ ਹੋ ਕੇ ਲੰਘਦੀ ਹੈ? ਨੈਗੇਟਿਵ। 9th ਹੈ ਜੀ ਸਾਡੇ ਕੋਲ ਦਾ ਪ੍ਰੋਸੈਸ ਆਫ ਡਿਪੋਜ਼ਿਟਿੰਗ ਅ ਲੇਅਰ ਆਫ ਅ ਡਿਜ਼ਾਇਰਡ ਮੈਟਲ ਔਨ ਅਨਦਰ ਮਟੀਰੀਅਲ ਬਾਈ ਮੀਨਸ ਆਫ ਇਲੈਕਟ੍ਰਿਸਿਟੀ ਇਜ਼ ਕਾਲਡ, ਤਾਂ ਇਸ ਨੂੰ ਅਸੀਂ ਕਹਿੰਦੇ ਆ ਜੀ ਇਲੈਕਟ੍ਰੋਪਲਾਂਟਿੰਗ। ਅੱਗੇ ਨੈਕਸਟ ਸਾਡੇ ਕੋਲ ਹੈ ਜੀ ਟਰੂ ਫਾਲਸ। ਨੰਬਰ 1 ਤੇ ਆ ਸਾਡੇ ਕੋਲ ਕਾਰਬਨ ਡਾਈਆਕਸਾਈਡ ਇਜ਼ ਐਨ ਐਕਸੀਲੈਂਟ ਫਾਇਰ ਐਕਸਟਿੰਗੁਇਸ਼ਰ। ਕਹਿੰਦੇ ਜਿਹੜੀ ਕਾਰਬਨ ਡਾਈਆਕਸਾਈਡ ਹੈ ਕਿ ਇਹਦੇ ਨਾਲ ਜਿਹੜੀ ਅੱਗ ਹੈ ਬੜੀ ਜਲਦੀ ਬੁਝਾਈ ਜਾ ਸਕਦੀ ਹੈ, ਤਾਂ ਹਾਂਜੀ ਇਹ ਟਰੂ ਹੈ ਜੀ। ਸੈਕਿੰਡ ਨੰਬਰ ਤੇ ਸਾਡੇ ਕੋਲ ਅਮੀਬਾ ਹੈਜ਼ ਇਰੈਗੂਲਰ ਇਨ ਸ਼ੇਪ, ਹਾਂਜੀ ਇਹ ਰੈਗੂਲਰ ਸ਼ੇਪ ਹੁੰਦੀ ਹੈ ਇਹਨਾਂ ਦੀ। ਨੰਬਰ 3 ਤੇ ਹੈ ਜੀ ਦਾ ਬੇਸਿਕ ਲਿਵਿੰਗ ਯੂਨਿਟ ਆਫ ਐਨ ਆਰਗੇਨਿਜ਼ਮ ਇਜ਼ ਐਨ ਆਰਗਨ। ਕਹਿੰਦੇ ਕਿਸੇ ਜੀਵ ਦੀ ਮੁੱਢਲੀ ਸੰਰਚਨਾ ਅੰਗ ਹੈ, ਕੀ ਆਰਗਨ ਹੈ? ਤਾਂ ਨਹੀਂ ਜੀ ਇਹ ਫਾਲਸ ਹੈ ਜੀ, ਕਿਉਂਕਿ ਬੇਸਿਕ ਲਿਵਿੰਗ ਯੂਨਿਟ ਆਫ ਐਨ ਆਰਗੇਨਿਜ਼ਮ ਕੀ ਹੁੰਦਾ? ਸੈੱਲ ਹੁੰਦਾ। ਫੋਰਥ ਆ ਸਾਡੇ ਕੋਲ ਯੂਨੀਸੈਲੂਲਰ ਆਰਗੇਨਿਜ਼ਮ ਹੈ ਵਨ ਸੈਲਡ ਬੋਡੀ। ਕਹਿੰਦੇ ਇੱਕ ਸੈਲੀ ਜੀਵਾਂ ਵਿੱਚ ਇੱਕ ਹੀ ਸੈੱਲ ਹੁੰਦਾ ਹੈ, ਹਾਂਜੀ ਟਰੂ ਹੈ ਜੀ। ਨੰਬਰ 5 ਆਪਣੇ ਕੋਲ ਦਾ ਪ੍ਰੈਸ਼ਰ ਪਰ ਯੂਨਿਟ ਏਰੀਆ ਇਜ਼ ਕਾਲਡ ਪ੍ਰੈਸ਼ਰ। ਕਹਿੰਦੇ ਪ੍ਰਤੀ ਇਕਾਈ ਖੇਤਰਫਲ ਤੇ ਲੱਗਣ ਵਾਲੇ ਬਲ ਨੂੰ ਦਾਬ ਕਹਿੰਦੇ ਨੇ, ਹਾਂਜੀ ਟਰੂ ਹੈ ਜੀ, ਪ੍ਰੈਸ਼ਰ ਹੀ ਕਹਿੰਦੇ ਨੇ। ਨੰਬਰ 6 ਆ ਸਾਡੇ ਕੋਲ endangered species are those which are in a danger of extinct। ਕਹਿੰਦੇ ਸੰਕਟਕਾਲੀਨ ਪ੍ਰਜਾਤੀਆਂ ਉਹ ਪ੍ਰਜਾਤੀਆਂ ਹਨ ਜੋ ਖਤਮ ਹੋਣ ਦੀ ਕਗਾਰ ਤੇ ਹਨ, ਵੀ ਉਹ ਖਤਮ ਹੋ ਰਹੀਆਂ ਨੇ, ਹਾਂਜੀ ਬਿਲਕੁਲ ਟਰੂ ਹੈ ਜੀ। ਨੰਬਰ 7 ਤੇ ਕਲੀਨ ਐਂਡ ਪੋਰਟੇਬਲ ਵਾਟਰ ਇਜ਼ ਕਾਲਡ ਡਰਿੰਕਿੰਗ ਵਾਟਰ। ਕਹਿੰਦੇ ਜਿਹੜਾ ਸਾਫ਼ ਹੁੰਦਾ ਹੈ ਤੇ ਪੋਰਟੇਬਲ ਵਾਟਰ ਹੁੰਦਾ ਹੈ ਉਸ ਨੂੰ ਅਸੀਂ ਡਰਿੰਕਿੰਗ ਵਾਟਰ ਕਹਿੰਦੇ ਆ, ਹਾਂਜੀ ਬਿਲਕੁਲ ਟਰੂ ਹੈ ਜੀ, ਡਰਿੰਕਿੰਗ ਵਾਟਰ ਕਹਿੰਦੇ ਆ। ਨੰਬਰ 8 ਤਾਂ ਆਪਣੇ ਕੋਲ ਕਾਰਬਨ ਡਾਈਆਕਸਾਈਡ ਇਜ਼ ਨੋਟ ਵਨ ਆਫ ਦਾ ਗ੍ਰੀਨ ਹਾਊਸ ਗੈਸਿਸ। ਕਹਿੰਦੇ ਕਾਰਬਨ ਡਾਈਆਕਸਾਈਡ ਹੈ ਉਹ ਗ੍ਰੀਨ ਹਾਊਸ ਦੀ ਗੈਸ ਨਹੀਂ ਹੈ, ਇਹ ਫਾਲਸ ਹੈ ਜੀ। ਨੰਬਰ 9 ਤਾਂ ਸਾਡੇ ਕੋਲ ਕਾਰਬਨ ਮੋਨੋਆਕਸਾਈਡ ਨਾਈਟ੍ਰੋਜਨ ਆਕਸਾਈਡ ਆਰ ਦਾ ਮੇਨ ਸੋਰਸਿਸ ਆਫ 에ਅਰ ਪੋਲੂਸ਼ਨ। ਕਹਿੰਦੇ ਜਿਹੜਾ ਕਾਰਬਨ ਮੋਨੋਆਕਸਾਈਡ ਗੈਸ ਹੈ, ਨਾਈਟ੍ਰੋਜਨ ਆਕਸਾਈਡ ਹੈ, ਕੀ ਇਹ 에ਅਰ ਪੋਲੂਸ਼ਨ ਦਾ ਇੱਕ ਮੇਨ ਜਿਹੜਾ ਸੋਰਸ ਨੇ? ਹਾਂਜੀ ਬਿਲਕੁਲ ਟਰੂ ਹੈ ਜੀ। ਨੈਕਸਟ ਹੈ ਸਾਡੇ ਕੋਲ 4th ਨੰਬਰ ਤੇ ਮੈਚ ਦਾ ਫੋਲੋਇੰਗ। ਨੰਬਰ 1 ਤੇ ਆ ਆਰਗੈਨਿਕ ਮੈਨੂਅਰ, ਜਿਸ ਨੂੰ ਅਸੀਂ ਦੇਸੀ ਖਾਦਾਂ ਵੀ ਕਹਿੰਦੇ ਆ। ਦੇਸੀ ਖਾਦਾਂ ਕਿਹੜੀਆਂ ਹੁੰਦੀਆਂ ਦੇਖੋ, ਐਨੀਮਲ ਐਕਸਕ੍ਰੇਟਾ, ਕਾਓ ਡੰਗ, ਯੂਰਿਨ ਐਂਡ ਪਲਾਂਟ ਵੇਸਟ। ਜਿਹੜਾ ਜਾਨਵਰਾਂ ਦਾ ਗੋਬਰ ਵਗੈਰਾ ਹੋ ਗਿਆ, ਯੂਰੀਨ ਹੋ ਗਿਆ, ਠੀਕ ਹੈ ਜੀ, ਇਹ ਕੀ ਹੁੰਦਾ? ਸਾਰਾ ਕੁਝ ਆਰਗੈਨਿਕ ਮੈਨੂਅਰ ਹੁੰਦਾ। ਨੰਬਰ 2 ਆ ਸਾਡੇ ਕੋਲ ਰਾਬੀ ਕ੍ਰੌਪਸ। ਇਹ ਕਿਹੜੀਆਂ ਹੁੰਦੀਆਂ ਸਾਡੇ ਕੋਲ? ਵੀਟ, ਗ੍ਰਾਮ ਐਂਡ ਪੀ। ਨੰਬਰ 3 ਤੇ ਹੈ ਕੈਮੀਕਲ ਫਰਟੀਲਾਈਜ਼ਰ। ਕੈਮੀਕਲ ਫਰਟੀਲਾਈਜ਼ਰ ਕਿਹੜਾ ਹੁੰਦਾ ਸਾਡੇ ਕੋਲ? ਰਸਾਇਣਕ ਖਾਦਾਂ, ਜਿਸ ਨੂੰ ਅਸੀਂ ਕਹਿ ਦਿੰਦੇ ਆ, ਉਹ ਹੈ ਜੀ ਆਪਣੇ ਕੋਲ ਯੂਰੀਆ ਐਂਡ ਸੁਪਰ ਫਾਸਫੇਟ। ਨੰਬਰ 4 ਆ ਸਾਡੇ ਕੋਲ ਮਰਕਰੀ। ਮਰਕਰੀ ਕਿਸ ਵਿੱਚ ਹੁੰਦੀ ਹੈ ਜੀ ਆਪਣੇ ਕੋਲ? ਇਹ ਥਰਮਾਮੀਟਰ। ਨੰਬਰ 5 ਆਪਣੇ ਕੋਲ ਕਾਪਰ। ਕਾਪਰ ਹੁੰਦੀ ਹੈ ਆਪਣੇ ਕੋਲ ਇਲੈਕਟ੍ਰਿਕ ਵਾਇਰ ਦੇ ਵਿੱਚ। ਨੰਬਰ 6 ਹੈ essential for combustion। ਜਲਣ ਦੇ ਲਈ ਕੀ ਜ਼ਰੂਰੀ ਹੈ? ਉਹ ਆਪਾਂ ਨੂੰ ਚਾਹੀਦਾ ਹੈ ਪੈਟਰੋਲ, ਕੈਰੋਸਿਨ ਜਾਂ ਫਿਰ ਆਇਲ, ਠੀਕ ਹੈ ਜੀ। ਨੰਬਰ 7 ਤੇ ਹੈ endangered species record। endangered species record ਜਿਹੜਾ ਕਿਹਦੇ ਵਿੱਚ ਰੱਖਿਆ ਹੋਇਆ? ਉਹ ਰੱਖਿਆ ਹੋਇਆ ਰੈੱਡ ਡਾਟਾ ਬੁੱਕ ਦੇ ਵਿੱਚ। ਨੰਬਰ 8 ਤੇ ਆਪਣੇ ਕੋਲ fossil fuels। ਇਸ ਦਾ ਆਨਸਰ ਆਪਣੇ ਕੋਲ ਆਕਸੀਜਨ ਇਨ 에ਅਰ। ਨੈਕਸਟ ਆਪਣੇ ਕੋਲ ਪਾਰਟ B ਹੈ ਜੀ। ਇਸ ਦੇ ਵਿੱਚ ਫਸਟ ਕੁਐਸਚਨ ਆਪਣੇ ਕੋਲ ਕੈਨ ਮਾਈਕਰੋ ਆਰਗੈਨਿਜ਼ਮਸ ਬੀ ਸੀਨ ਵਿਦ ਦਾ ਨੇਕਡ ਆਈ। ਕਹਿੰਦੇ ਕਿ ਸੂਖਮ ਜੀਵਾਂ ਨੂੰ ਨੰਗੀ ਅੱਖ ਦੇ ਨਾਲ ਦੇਖਿਆ ਜਾ ਸਕਦਾ ਹੈ। ਇਫ ਨੋਟ ਹਾਊ ਕੈਨ ਦੇ ਬੀ ਸੀਨ। ਕਹਿੰਦੇ ਜੇ ਨਹੀਂ ਤਾਂ ਫਿਰ ਇਹ ਕਿਵੇਂ ਦੇਖ ਸਕਦੇ ਹਾਂ ਅਸੀਂ ਇਸ ਨੂੰ? ਆਨਸਰ ਹੈ ਜੀ ਇਸ ਦਾ the micro organisms can not be seen with naked eyes। ਕਹਿੰਦੇ ਜਿਹੜੇ ਮਾਈਕਰੋ ਆਰਗੈਨਿਜ਼ਮ ਨੇ ਉਹ ਕਦੇ ਵੀ naked eyes means ਨੰਗੀਆਂ ਅੱਖਾਂ ਦੇ ਨਾਲ ਨਹੀਂ ਦੇਖੇ ਜਾ ਸਕਦੇ, because ਕਿਉਂਕਿ they are very small in size, ਕਿਉਂਕਿ ਉਹ ਸਾਈਜ਼ ਦੇ ਵਿੱਚ ਬਹੁਤ ਛੋਟੇ ਹੁੰਦੇ ਨੇ। some of these such as fungus growing on bread। ਕਹਿੰਦੇ ਕੁਝ ਜਿਹੜੇ ਇਹਨਾਂ ਦੇ ਵਿੱਚੋਂ ਬ੍ਰੈਡ ਦੇ ਉੱਪਰ ਗਰੋਇੰਗ ਹੋ ਰਹੇ ਹੁੰਦੇ ਨੇ, ਜਿਵੇਂ ਫੰਗਸ ਲੱਗ ਜਾਂਦੀ ਹੈ। can be seen with the magnifying glass। ਤੇ ਕਹਿੰਦੇ ਅਸੀਂ ਇਸ ਨੂੰ ਫਿਰ ਕਿਸ ਨਾਲ ਦੇਖ ਸਕਦੇ ਹਾਂ? ਮੈਗਨੀਫਾਈਂਗ ਗਲਾਸ ਦੇ ਨਾਲ ਦੇਖ ਸਕਦੇ ਹਾਂ। others cannot be seen without the help of a microscope। ਕਹਿੰਦੇ ਜਿਹੜੇ ਇਹਨਾਂ ਤੋਂ ਇਲਾਵਾ ਨੇ ਉਹ ਮਾਈਕਰੋਸਕੋਪ ਤੋਂ ਬਗੈਰ ਦੇਖੇ ਹੀ ਨਹੀਂ ਜਾ ਸਕਦੇ। that is why these are called microorganisms or microbes। ਕਹਿੰਦੇ ਇਸ ਕਰਕੇ ਅਸੀਂ ਇਹਨਾਂ ਨੂੰ ਕੀ ਕਹਿੰਦੇ ਆ? ਮਾਈਕਰੋ ਆਰਗੈਨਿਜ਼ਮ ਐਂਡ ਮਾਈਕਰੋਬ। ਸੈਕਿੰਡ ਨੰਬਰ ਤੇ ਆ ਸਾਡੇ ਕੋਲ immersion rods for heating liquids are made up of metallic substances give reason। ਕਹਿੰਦੇ ਜਿਹੜੀ immersion rod ਹੁੰਦੀ ਆ ਕੀ ਇਹ ਮੈਟੈਲਿਕ ਦੀ ਸਬਸਟੈਂਸ ਦੀ ਬਣੀ ਹੁੰਦੀ ਹੈ? ਤਾਂ ਆਨਸਰ ਹੈ ਜੀ ਆਪਣੇ ਕੋਲ immersion rods are made up of metallic substances
ਕਹਿੰਦੇ ਮੈਟੈਲਿਕ ਸਬਸਟੈਂਸ ਦੀ ਬਣੀ ਹੁੰਦੀ ਹੈ ਬਿਕੋਜ਼ ਥੀਸ ਸਬਸਟੈਂਸਿਸ ਆਰ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਕਹਿੰਦੇ ਕਿਉਂਕਿ ਜਿਹੜੇ ਸਬਸਟੈਂਸਿਸ ਇਹ ਵਾਲੇ ਹੁੰਦੇ ਨੇ ਇਹ ਕੀ ਹੁੰਦੇ ਨੇ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਦਾ ਮਤਲਬ ਕੀ ਹੋਇਆ ਕਿ ਇਸ ਦੇ ਵਿੱਚ ਕਿ ਜੇ ਅਸੀਂ ਇਸ ਨੂੰ ਪਾਣੀ ਦੇ ਵਿੱਚ ਪਾ ਦਈਏ ਤਾਂ ਫਿਰ ਕੀ ਹੁੰਦਾ ਕਰੰਟ ਨਹੀਂ ਲੱਗਦਾ। ਦੇਖੋ ਜਿਵੇਂ ਰੋਡ ਜਿਹੜੀ ਆਮ ਸਾਡੇ ਘਰਾਂ ਦੇ ਵਿੱਚ ਦੇਖੀ ਜਾ ਸਕਦੀ ਹੈ, ਅਸੀਂ ਇਸ ਨਾਲ ਆਪਣੇ ਘਰ ਦਾ ਪਾਣੀ ਵੀ ਗਰਮ ਕਰਦੇ ਹਾਂ, ਤਾਂ ਇਸ ਕਰਕੇ ਕੀ ਕਹਿੰਦੇ ਆ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਹੁੰਦੀ ਹੈ। ਕੁਐਸਚਨ ਨੰਬਰ 3 ਆਪਣੇ ਕੋਲ ਕਹਿੰਦੇ ਵਿਚ ਜ਼ੋਨ ਆਫ ਅ ਫਲੇਮ ਡਸ ਅ ਗੋਲਡ ਸਮਿਥ ਯੂਜ਼ ਫॉर ਮੈਲਟਿੰਗ ਗੋਲਡ ਐਂਡ ਸਿਲਵਰ ਵਾਈ। ਕਹਿੰਦੇ ਜਿਹੜੇ ਸੁਨਿਆਰੇ ਨੇ, ਗੋਲਡ ਸਮਿਥ ਮੀਨਸ ਜਿਹੜੇ ਸੁਨਿਆਰੇ ਨੇ ਉਹ ਗੋਲਡ ਨੂੰ ਪਿਘਲਾਉਣ ਦੇ ਲਈ ਜਾਂ ਸਿਲਵਰ ਨੂੰ ਪਿਘਲਾਉਣ ਦੇ ਲਈ ਫਲੇਮ ਦਾ ਕਿਹੜੇ ਪਾਰਟ ਦਾ ਯੂਜ਼ ਕਰਦੇ ਨੇ। ਠੀਕ ਹੈ ਜੀ, ਤਾਂ ਆਨਸਰ ਆ ਸਾਡੇ ਕੋਲ ਗੋਲਡ ਸਮਿਥ ਯੂਜ਼ਸ ਆਊਟਰ ਮੋਸਟ ਜ਼ੋਨ। ਕਹਿੰਦੇ ਆਊਟਰ ਮੋਸਟ ਜ਼ੋਨ ਨੂੰ ਯੂਜ਼ ਕਰਦੇ ਨੇ ਆਫ ਫਲੇਮ ਫॉर ਮੈਲਟਿੰਗ ਗੋਲਡ ਐਂਡ ਸਿਲਵਰ ਬਿਕੋਜ਼ ਦਿਸ ਜ਼ੋਨ ਆਫ ਦਾ ਫਲੇਮ ਇਜ਼ ਦਾ ਹੋਟੈਸਟ ਜ਼ੋਨ। ਕਿਉਂਕਿ ਜਿਹੜਾ ਇਹ ਜ਼ੋਨ ਹੁੰਦਾ ਕਹਿੰਦਾ ਇਹ ਪਾਰਟ ਹੁੰਦਾ ਇਹ ਫਲੇਮ ਦਾ ਹੋਟੈਸਟ ਜ਼ੋਨ ਹੁੰਦਾ। ਠੀਕ ਹੈ ਜੀ, ਇੱਥੇ ਦੇਖੋ ਤੁਹਾਨੂੰ ਪਿਕਚਰ ਦੇ ਵਿੱਚ ਵੀ ਦਿਖਾ ਰਿਹਾ ਤੇ ਹੋਟੈਸਟ ਪਾਰਟ ਕਿਹੜਾ ਜਿਹੜਾ ਇਹ ਬਾਹਰ ਵਾਲਾ ਪਾਰਟ ਹੈ ਹੋਟੈਸਟ ਪਾਰਟ ਹੈ। ਠੀਕ ਹੈ ਜੀ, ਲੀਸਟ ਹੋਸਟ ਕਿਹੜਾ ਹੁੰਦਾ ਹੈ ਜਿਹੜਾ ਸਭ ਤੋਂ ਘੱਟ ਗਰਮ ਹੁੰਦਾ ਹੈ ਸਭ ਤੋਂ ਅੰਦਰ ਵਾਲਾ। ਦੇਖੋ ਇੱਥੇ ਦਿਖਾ ਰਿਹਾ ਕਿ ਜੋ ਅੰਦਰ ਵਾਲਾ ਇਹ ਲੀਸਟ ਹੋਸਟ ਹੁੰਦਾ। ਕੁਐਸਚਨ ਨੰਬਰ 4 ਆਪਣੇ ਕੋਲ ਐਕਸਪਲੇਨ ਹਾਊ ਡੀਫੋਰੈਸਟੇਸ਼ਨ ਲੀਡਸ ਟੂ ਰਿਡਿਊਸਡ ਰੇਨਫਾਲ। ਕਹਿੰਦੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਵਰਖਾ ਨੂੰ ਕਿਵੇਂ ਘਟਾਉਂਦੀ ਹੈ ਸਾਨੂੰ ਦੱਸੋ। ਆਨਸਰ ਆਪਣੇ ਕੋਲ ਪਲਾਂਟਸ ਨੀਡ ਕਾਰਬਨ ਡਾਈਆਕਸਾਈਡ ਫॉर ਫੋਟੋਸਿੰਥੇਸਿਸ। ਕਹਿੰਦੇ ਜਿਹੜੇ ਪਲਾਂਟਸ ਨੇ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਚਾਹੀਦੀ ਹੁੰਦੀ ਆ ਫੋਟੋਸਿੰਥੇਸਿਸ ਕਰਨ ਦੇ ਲਈ। fewer trees would mean less consumption of carbon dioxide and its increased amount in the atmosphere. This leads to global warming. ਕਹਿੰਦੇ fewer trees means ਰੁੱਖਾਂ ਦੀ ਕਟਾਈ ਦਾ ਮਤਲਬ ਕੀ ਆ ਵੀ ਅਸੀਂ ਰੁੱਖਾਂ ਨੂੰ ਕੱਟ ਰਹੇ ਹਾਂ। would mean less consumption of carbon dioxide ਤੇ ਕਹਿੰਦੇ ਕੀ ਹੁੰਦਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਦੀ ਘਟ ਹੋ ਰਹੀ ਹੈ and its increased amount in the atmosphere. This leads to global warming. ਤਾਂ ਇਹਦਾ ਕੀ ਹੋਊਗਾ global warming ਹੋ ਜਾਏਗੀ as carbon dioxide trap the heat of sun rays। ਕਹਿੰਦੇ ਕਿਉਂਕਿ ਕਾਰਬਨ ਡਾਈਆਕਸਾਈਡ ਜਿਹੜੀ ਹੈ trap the heat of sun rays, sun rays ਦੀਆਂ ਜਿਹੜੀਆਂ ਕਿਰਨਾਂ ਨੇ ਉਸ ਨੂੰ ਟ੍ਰੈਪ ਕਰ ਦਿੰਦੀ ਹੈ। increase in temperature on earth disturbs the ਵਾਟਰ ਸਾਈਕਲ ਐਂਡ ਰਿਡਿਊਸ ਰੇਨਫਾਲ। ਅਰਥ ਦੇ ਟੈਂਪਰੇਚਰ ਨੂੰ ਇਨਕਰੀਜ਼ ਕਰ ਦਿੰਦੀ ਹੈ ਐਂਡ ਡਿਸਟਰਬ ਦਾ ਵਾਟਰ ਸਾਈਕਲ ਨੂੰ ਡਿਸਟਰਬ ਕਰ ਦਿੰਦੀ ਹੈ ਐਂਡ ਰਿਡਿਊਸ ਰੇਨਫਾਲ ਤੇ ਜਿਹੜਾ ਰੇਨਫਾਲ ਹੈ ਉਸ ਨੂੰ ਵੀ ਰਿਡਿਊਸ ਕਰ ਦਿੰਦੀ ਹੈ ਘਟਾ ਦਿੰਦੀ ਹੈ। 5th ਨੰਬਰ ਤੇ ਕੁਐਸਚਨ ਆਪਣੇ ਕੋਲ ਡਿਫਰੈਂਸ ਬਿਟਵੀਨ ਪਲਾਂਟ ਸੈਲ ਐਂਡ ਐਨੀਮਲ ਸੈਲ। ਕਹਿੰਦੇ ਕਿ ਪਲਾਂਟ ਸੈਲ ਐਂਡ ਐਨੀਮਲ ਸੈਲ ਦੇ ਵਿੱਚ ਸਾਨੂੰ ਡਿਫਰੈਂਟ ਦੱਸੋ। ਕਹਿੰਦੇ ਪਲਾਂਟ ਸੈਲ ਕੀ ਹੁੰਦਾ ਪਲਾਂਟ ਸੈਲ ਇਜ਼ ਯੂਜੂਅਲੀ ਲਾਰਜ। ਜਿਹੜੇ ਪਲਾਂਟ ਸੈਲ ਹੁੰਦੇ ਨੇ ਉਹ ਯੂਜੂਅਲੀ ਲਾਰਜ ਹੁੰਦੇ ਨੇ। ਦੇਖੋ ਇਹ ਪਿਕਚਰ ਦੇ ਵਿੱਚ ਇੱਥੇ ਦਿਖਾਏ ਹੋਏ ਨੇ ਜਿਹੜੇ ਸੈਲ ਨੇ ਲਾਰਜ ਨੇ। ਐਨੀਮਲ ਸੈਲ ਕੀ ਹੁੰਦੇ ਆ ਐਨੀਮਲ ਸੈਲ ਇਜ਼ ਕੰਪੈਰੀਟਿਵਲੀ ਸਮਾਲ ਇਨ ਸਾਈਜ਼। ਇਹ ਕੀ ਹੁੰਦੇ ਆ ਇਹ ਛੋਟੇ ਹੁੰਦੇ ਨੇ। ਦਾ ਸੈਲ ਵਾਲ ਇਜ਼ ਪ੍ਰੈਜ਼ੈਂਟ। ਕਹਿੰਦੇ ਜਿਹੜੇ ਇਹਨਾਂ ਦੇ ਵਿੱਚ ਸੈਲ ਦੀ ਵਾਲ ਹੁੰਦੀ ਹੈ ਦੀਵਾਰ ਹੁੰਦੀ ਹੈ ਉਹ ਪ੍ਰੈਜ਼ੈਂਟ ਹੁੰਦੀ ਹੈ ਐਂਡ ਐਨੀਮਲ ਸੈਲ ਦੇ ਵਿੱਚ ਕੀ ਹੁੰਦਾ ਦਾ ਸੈਲ ਵਾਲ ਇਜ਼ ਐਬਸੈਂਟ ਤੇ ਇਹਨਾਂ ਦੇ ਵਿੱਚ ਕੀ ਹੁੰਦੀ ਹੈ ਐਬਸੈਂਟ ਹੁੰਦੀ ਹੈ। ਨੰਬਰ 3 ਤੇ ਆ ਸਾਡੇ ਕੋਲ ਕਲੋਰੋਪਲਾਸਟ ਪਲਾਸਟਿਡਸ ਆਰ ਪ੍ਰੈਜ਼ੈਂਟ। ਕਹਿੰਦੇ ਪਲਾਂਟ ਸੈਲ ਦੇ ਵਿੱਚ ਕਲੋਰੋਪਲਾਸਟ ਪਲਾਸਟਿਡਸ ਆਰ ਪ੍ਰੈਜ਼ੈਂਟ ਹੁੰਦੇ ਨੇ ਤੇ ਐਨੀਮਲ ਸੈਲ ਦੇ ਵਿੱਚ ਕੀ ਹੁੰਦਾ ਐਬਸੈਂਟ ਹੁੰਦੇ ਨੇ। 4th ਨੰਬਰ ਤੇ ਆ ਨਿਊਕਲੀਅਸ ਇਜ਼ ਪੈਰੀਫੀਅਲ ਲਾਈਜ਼ ਔਨ ਵਨ ਸਾਈਡ। ਕਹਿੰਦੇ ਨਿਊਕਲੀਅਸ ਜਿਹੜੇ ਨੇ ਇਹਦੇ ਵਿੱਚ ਵਨ ਸਾਈਡ ਤੇ ਹੁੰਦਾ ਹੈ। ਦੇਖੋ ਜਿਵੇਂ ਨਿਊਕਲੀਅਸ ਹੈ ਇਹ ਇਹਨਾਂ ਦੀ ਇੱਕ ਸਾਈਡ ਤੇ ਬਣਿਆ ਹੋਇਆ। ਐਨੀਮਲ ਸੈਲ ਚ ਕੀ ਹੁੰਦਾ ਦਾ ਨਿਊਕਲੀਅਸ ਇਜ਼ ਪ੍ਰੈਜ਼ੈਂਟ ਇਨ ਦਾ ਸੈਂਟਰ। ਕਹਿੰਦੇ ਇੱਥੇ ਨਿਊਕਲੀਅਸ ਦੇਖੋ ਕੀ ਆ ਇਹ ਸੈਂਟਰ ਦੇ ਵਿੱਚ। ਨੰਬਰ 5th ਆਪਣੇ ਕੋਲ ਸੈਂਟਰੋਲਸ ਆਰ ਐਬਸੈਂਟ। ਇਹਦੇ ਵਿੱਚ ਸੈਂਟਰੋਲਸ ਜਿਹੜੇ ਨੇ ਐਬਸੈਂਟ ਹੁੰਦੇ ਨੇ and animal cell ਦੇ ਵਿੱਚ ਕੀ ਹੁੰਦਾ ਹੈ centrols are present। question number 6 ਦਾ ਆਪਣੇ ਕੋਲ difference between internal fertilization and external fertilization। ਕਹਿੰਦੇ ਸਾਨੂੰ internal fertilization and external fertilization ਬਾਰੇ difference ਦੱਸੋ। ਕਹਿੰਦੇ fertilization ਪਹਿਲਾਂ ਦੇਖੋ ਅਸੀਂ ਉਹ ਕੀ ਹੁੰਦਾ the process of fusion of sperm with egg ovum to produce the zygote is called fertilization। ਤਾਂ ਇਹਦੇ ਵਿੱਚ ਪਹਿਲਾ ਪੁਆਇੰਟ ਕੀ ਹੈ fertilization of male and female gametes takes place inside female body। ਸੈਕਿੰਡ ਨੰਬਰ ਦੇ ਪੁਆਇੰਟ ਆਪਣੇ ਕੋਲ chances of survival of offspring is more so small number of eggs are produced। ਅੱਗੇ ਨੈਕਸਟ ਸਾਡੇ ਕੋਲ ਕੀ ਹੈ outer fertilization। ਨੰਬਰ 1 ਹੈ ਸਾਡੇ ਕੋਲ fertilization of male and female gametes takes place outside female body। second है chances of survival of offspring is less so large number of eggs are produced। ਕਹਿੰਦੇ ਇਸ ਦੇ ਵਿੱਚ ਜਿਹੜੇ ਭਰੂਣ ਹੱਤਿਆ ਜਿਸ ਨੂੰ ਅਸੀਂ ਭਰੂਣ ਕਹਿ ਦਿੰਦੇ ਆ ਮਰ ਜਾਣ ਦੇ
ਉਹ ਚਾਂਸਸ ਘੱਟ ਹੁੰਦੇ ਨੇ, ਇਸ ਕਰਕੇ ਇਹਦੇ ਵਿੱਚ ਐਕਸ ਜਿਹੜੇ ਨੇ ਉਹ ਜ਼ਿਆਦਾ ਪ੍ਰੋਡਿਊਸ ਹੁੰਦੇ ਨੇ। ਕੁਐਸਚਨ ਨੰਬਰ 7 ਆ ਸਾਡੇ ਕੋਲ, ਐਕਸਪਲੇਨ ਵਾਈ ਸਪੋਰਟਸਮੈਨ ਇਜ਼ ਯੂਜ਼ ਸ਼ੂਜ਼ ਵਿਦ ਸਪਾਈਕਸ। ਕਹਿੰਦੇ ਜਿਹੜੇ ਸਪੋਰਟਸਮੈਨ ਨੇ ਉਹ ਕਿੱਲਾਂ ਵਾਲੇ ਸ਼ੂਜ਼ ਕਿਉਂ ਯੂਜ਼ ਕਰਦੇ ਨੇ? ਤਾਂ ਆਨਸਰ ਆ ਸਾਡੇ ਕੋਲ ਸਪੋਰਟਸਮੈਨ ਯੂਜ਼ ਸ਼ੂਜ਼ ਵਿਦ ਸਪਾਈਕ। ਕਹਿੰਦੇ ਸਪੋਰਟਸਮੈਨ ਜਿਹੜੇ ਨੇ ਉਹ ਕਿੱਲਾਂ ਵਾਲੇ ਸ਼ੂਜ਼ ਜਿਹੜੇ ਯੂਜ਼ ਕਰਦੇ ਆ ਸੋ ਐਜ਼ ਟੂ ਹੈਵ ਅ ਬੈਟਰ ਗ੍ਰਿਪ ਵਾਈਲ ਰਨਿੰਗ। ਕਹਿੰਦੇ ਜਦੋਂ ਦੌੜਨਾ ਹੁੰਦਾ ਤਾਂ ਉਹਨਾਂ ਨੂੰ ਬੈਟਰ ਗ੍ਰਿਪ ਚਾਹੀਦਾ ਹੁੰਦਾ। This is because the force of friction between the shoes, ਇਹ ਕਿਸ ਕਰਕੇ ਹੁੰਦਾ? force of friction between ਕਿਸ ਦੇ shoes and the ground। ਕਹਿੰਦੇ shoes ਤੇ ground ਦੇ ਵਿੱਚ ਕੀ ਹੁੰਦਾ? ਇੱਕ force ਬਣਿਆ ਰਹਿੰਦਾ increases with the help of spikes। ਕਿਸ ਦੀ ਹੈਲਪ ਦੇ ਨਾਲ? spikes ਦੀ ਹੈਲਪ ਦੇ ਨਾਲ। ਨੰਬਰ 8 ਹੈ ਸਾਡੇ ਕੋਲ, does pure water conduct electricity। ਕਹਿੰਦੇ ਕਿ ਜਿਹੜਾ ਪਿਓਰ ਵਾਟਰ ਹੈ ਉਹ ਇਲੈਕਟ੍ਰਿਸਿਟੀ ਕੰਡਕਟ ਕਰਦਾ ਹੈ। ਇਫ ਨੋਟ, ਕਹਿੰਦੇ ਜੇ ਨਹੀਂ ਕਰਦਾ, what can we do to make it conducting। ਤਾਂ ਕਹਿੰਦੇ ਫਿਰ ਸਾਨੂੰ ਬਿਜਲੀ ਪੈਦਾ ਕਰਨ ਦੇ ਲਈ ਕੀ ਕਰਨਾ ਚਾਹੀਦਾ? ਆਨਸਰ ਆ ਸਾਡੇ ਕੋਲ no, pure water does not conduct electricity। ਕਹਿੰਦਾ ਜਿਹੜਾ ਪਿਓਰ ਵਾਟਰ ਹੈ ਉਹ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰਦਾ because ਕਿਉਂਕਿ it does not have free electrons। ਕਹਿੰਦਾ ਕਿਉਂਕਿ ਇਸ ਕੋਲ free electrons ਨਹੀਂ ਹੁੰਦੇ ਔਰ ions to conduct electricity, ਜਾਂ ਫਿਰ ਆਇਨਸ ਨਹੀਂ ਹੁੰਦੇ ਇਲੈਕਟ੍ਰਿਸਿਟੀ ਕੰਡਕਟ ਕਰਨ ਦੇ ਲਈ। ਪਿਓਰ ਵਾਟਰ ਕੈਨ ਕੰਡਕਟ ਇਲੈਕਟ੍ਰਿਸਿਟੀ। ਕਹਿੰਦਾ ਪਿਓਰ ਵਾਟਰ ਜਿਹੜਾ ਉਹ ਕਰ ਸਕਦਾ ਹੈ ਕੰਡਕਟ ਇਲੈਕਟ੍ਰਿਸਿਟੀ ਵੈਨ ਅ ਪਿੰਚ ਆਫ ਕਾਮਨ ਸਾਲਟ। ਕਹਿੰਦੇ ਜਦੋਂ ਅਸੀਂ ਥੋੜਾ ਜਿਹਾ ਉਸਦੇ ਵਿੱਚ ਨਮਕ ਦੀ ਚੁਟਕੀ ਪਾ ਦਈਏ is added to it as salt solution is conducting in nature। ਤਾਂ ਫਿਰ ਕਹਿੰਦੇ ਇਸ ਨਾਲ ਕੀ ਹੋਊਗਾ? ਫਿਰ ਇਹ ਬਿਜਲੀ ਜਿਹੜੀ ਪੈਦਾ ਹੋ ਜਾਏਗੀ। 9th ਨੰਬਰ ਤੇ ਆ ਸਾਡੇ ਕੋਲ, give a laws of reflection of light। ਕਹਿੰਦੇ ਲਾਈਟ ਦੀ ਰਿਫਲੈਕਸ਼ਨ ਦਾ ਲਾ ਦੱਸਣਾ ਤੁਸੀਂ ਸਾਨੂੰ। ਆਨਸਰ ਦੇ ਵਿੱਚ ਪਹਿਲਾਂ ਰਿਫਲੈਕਸ਼ਨ ਕੀ ਹੁੰਦਾ ਉਹ ਦੱਸਣਾ ਸੀ। the process of sending back the light rays। ਕਹਿੰਦੇ ਪ੍ਰੋਸੈਸ ਕਿਸ ਚੀਜ਼ ਦਾ? ਲਾਈਟ ਰੇਜ਼ ਨੂੰ ਬੈਕ ਭੇਜਣ ਦਾ। which fall on polished surface is called। ਜਦੋਂ ਪੋਲਿਸ਼ ਸਰਫੇਸ ਤੇ ਜਾ ਕੇ ਵੱਜਦੀਆਂ ਨੇ ਤਾਂ ਉਸ ਨੂੰ ਕੀ ਕਹਿੰਦੇ ਅਸੀਂ? ਰਿਫਲੈਕਸ਼ਨ ਆਫ ਲਾਈਟ। ਤਾਂ ਲਾਜ਼ ਆਫ ਰਿਫਲੈਕਸ਼ਨ ਕੀ ਹੁੰਦਾ ਹੈ? ਨੰਬਰ 1, the angle of reflection is always equal। ਕਹਿੰਦੇ ਜਿਹੜਾ ਰਿਫਲੈਕਸ਼ਨ ਦਾ ਐਂਗਲ ਹੁੰਦਾ ਉਹ ਹਮੇਸ਼ਾ ਇਕੁਅਲ ਹੁੰਦਾ to the angle of incidence। ਇੰਸੀਡੈਂਸ ਦੇ ਐਂਗਲ ਦੇ। ਸੈਕਿੰਡ ਨੰਬਰ ਤੇ ਹੈ the incident rays, reflected rays and the normal all lie in the same plane। ਕਹਿੰਦੇ ਜਿਹੜੀ ਇਨਸੀਡੈਂਟ ਰੇਜ਼ ਹੁੰਦੀਆਂ, ਰਿਫਰੈਕਟਡ ਰੇਜ਼ ਹੁੰਦੀਆਂ ਐਂਡ ਨਾਰਮਲ ਜਿਹੜੀਆਂ ਹੁੰਦੀਆਂ all lie in the same plane। ਇਹ ਸੇਮ ਪਲੇਨ ਤੇ ਹੀ ਲਾਈ ਹੁੰਦੀਆਂ। 10th ਨੰਬਰ ਤੇ ਸਾਡੇ ਕੋਲ describe the greenhouse effect in your own words। ਕਹਿੰਦੇ ਗ੍ਰੀਨ ਹਾਊਸ ਦੇ ਇਫੈਕਟ ਨੂੰ ਤੁਸੀਂ ਆਪਣੇ ਵਰਡ ਦੇ ਵਿੱਚ ਦੱਸੋ। ਆਨਸਰ ਆ ਸਾਡੇ ਕੋਲ the warming up of the earth due to trapping heat raised by carbon dioxide in air is called greenhouse effect। ਕਹਿੰਦੇ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਦੁਆਰਾ ਪੈਦਾ ਹੋਈ ਗਰਮੀ ਕਾਰਨ ਧਰਤੀ ਦੇ ਗਰਮ ਹੋਣ ਨੂੰ ਗ੍ਰੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ। ਕਹਿੰਦੇ this effect helps in keeping the surface of the earth warm। ਕਹਿੰਦੇ ਇਹ ਪ੍ਰਭਾਵ ਧਰਤੀ ਦੀ ਸਤ੍ਹਾ ਨੂੰ ਗਰਮ ਰੱਖਣ ਦੇ ਵਿੱਚ ਮਦਦ ਕਰਦਾ ਹੈ। but it carbon dioxide in the atmosphere increases too much it। ਕਹਿੰਦੇ ਪਰ ਇਹ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਵੱਧ ਜਾਂਦਾ ਹੈ। it leads to increase in temperature of the earth and causes global warming। ਜਿਸ ਨਾਲ ਧਰਤੀ ਦਾ ਤਾਪਮਾਨ ਜਿਹੜਾ ਉਹ ਵੀ ਵੱਧ ਜਾਂਦਾ ਹੈ ਤੇ ਫਿਰ ਇਸ ਨਾਲ ਕੀ ਹੁੰਦਾ ਹੈ? ਗਲੋਬਲ ਵਾਰਮਿੰਗ ਦਾ ਕਾਰਨ ਬਣਦਾ ਹੈ। ਪਾਰਟ C ਦੇ ਵਿੱਚ ਸਾਡੇ ਕੋਲ ਫਸਟ ਕੁਐਸਚਨ ਹੈ what is irrigation, describe two method of irrigation which conserve water। ਕਹਿੰਦੇ ਸਿੰਚਾਈ ਕੀ ਹੁੰਦੀ ਹੈ? ਦੋ ਮੈਥਡ ਤੁਸੀਂ ਸਾਨੂੰ ਦੱਸੋ ਸਿੰਚਾਈ ਦੇ ਜਿਸ ਦੇ ਨਾਲ ਅਸੀਂ ਪਾਣੀ ਨੂੰ ਕੰਜ਼ਰਵ ਕਰ ਸਕੀਏ, ਸੇਵ ਕਰ ਸਕੀਏ। ਇਰੀਗੇਸ਼ਨ ਕੀ ਹੁੰਦਾ? ਦੇਖੋ ਪਹਿਲਾਂ ਉਸ ਨੂੰ ਅਸੀਂ ਡਿਫਾਈਨ ਕਰਦੇ ਹਾਂ। ਸਪਲਾਈ ਆਫ ਵਾਟਰ ਟੂ ਪਲਾਂਟਸ ਐਟ ਰੈਗੂਲਰ ਇੰਟਰਵਲਸ। ਕਹਿੰਦੇ ਪਾਣੀ ਦੀ ਸਪਲਾਈ ਜਿਹੜੀ ਆ ਪਲਾਂਟਸ ਨੂੰ ਰੈਗੂਲਰ ਇੰਟਰਵਲ ਮਤਲਬ ਕਿ ਸਮੇਂ-ਸਮੇਂ ਦੇ ਨਾਲ ਦਿੱਤੇ ਜਾਣ ਨੂੰ ਅਸੀਂ ਕੀ ਕਹਿ ਦਿੰਦੇ ਆ? ਇਰੀਗੇਸ਼ਨ ਕਹਿ ਦਿੰਦੇ ਆ, ਸਿੰਚਾਈ ਕਹਿ ਦਿੰਦੇ ਆ। ਟੂ ਮੈਥਡ ਆਫ ਇਰੀਗੇਸ਼ਨ ਦੇ ਕੀ ਹੁੰਦੇ ਆ? ਨੰਬਰ 1 ਆ ਸਾਡੇ ਕੋਲ ਸਪ੍ਰਿੰਕਲ ਸਿਸਟਮ। ਕਹਿੰਦੇ this system is more useful on an even land where water supply is less in the method। ਕਹਿੰਦੇ ਇਸ ਸਿਸਟਮ ਦੇ ਵਿੱਚ ਕੀ ਹੁੰਦਾ ਹੈ? ਇਹ more useful ਹੁੰਦਾ ਹੈ, ਬਹੁਤ ਜ਼ਿਆਦਾ ਯੂਜ਼ਫੁਲ ਹੁੰਦਾ ਹੈ ਜਿੱਥੇ ਜਿਹੜੀ ਪਾਣੀ ਦੀ ਸਪਲਾਈ ਘੱਟ ਹੁੰਦੀ ਹੈ। in this method there is a pump, different perpendicular pipes and nozzle। ਕਹਿੰਦੇ ਇਸ ਦੇ ਵਿੱਚ ਇੱਕ ਪੰਪ ਲੱਗਿਆ ਹੁੰਦਾ ਹੈ, different perpendicular pipes and ਫਿਰ ਅੱਗੇ ਪਾਈਪ ਤੇ ਨੋਜ਼ਲ ਲੱਗੀਆਂ ਹੁੰਦੀਆਂ
देखो इत्थे पिक्चर दे विच स्प्रिंकल जिहड़ा सिस्टम देखो इत्थे चल रहा, पाइप्स लगियां होईयां, ऊपर नोजल लगी हुई है, इत्थों पानी जिहड़ा निकल के बरसात दे वांग पै रहा है। कहंदे व्हेन पंप इज ओपनड वाटर रिंकल्स आउट फ्रॉम डिफरेंट नोजल्स। कहंदे जदों पंप जिहड़ा ओपन कर दिंदे आ तां वाटर जिहड़ा पानी जिहड़ा ओह आउट बाहर आ जाता है डिफरेंट नोजल अलग अलग नोजल तो। द स्प्रिंकल्ड ऑन द क्रॉप कहंदे फिर फसलों के उत्ते स्प्रिंकल करदा पैंदा एज इफ इट इज रेनिंग। कहंदे जिवें इस तरह लगदा फिर जिवें मींह पै रहा होवे। देखो पिक्चर दे विच बिल्कुल इस तरह लग रहा जिवें इह मींह पै रहा होवे। स्प्रिंकल इज वेरी यूजफुल फॉर लॉन्च कॉफी प्लांटेशन। कहंदे जिहड़ा स्प्रिंकल हुंदा है इह किहड़े पौधिਆਂ ਦੇ ਜ਼ਿਆਦਾ यूजफुल हुंदा है? कॉफी प्लांटेशन ਦੇ ਲਈ एंड ਸੈਵਰਲ ਅਦਰ ਕ੍ਰੌਪਸ ਤੇ ਹੋਰ ਕੁਝ ਫਸਲਾਂ ਦੇ ਵਿੱਚ ਇਹ ਯੂਸਫੁਲ ਹੁੰਦਾ ਹੈ। ਨੈਕਸਟ ਆ ਸਾਡੇ ਕੋਲ ਡ੍ਰਿਪ ਸਿਸਟਮ। ਕਹਿੰਦੇ ਇਨ ਦਿਸ ਸਿਸਟਮ ਦਾ ਵਾਟਰ ਫਾਲਸ ਡ੍ਰੌਪ ਬਾਈ ਡ੍ਰੌਪ ਡਾਇਰੈਕਟਲੀ। ਕਹਿੰਦੇ ਇਸ ਦੇ ਵਿੱਚ ਕੀ ਹੁੰਦਾ, ਜਿਹੜਾ ਪਾਣੀ ਹੁੰਦਾ ਉਹ ਡ੍ਰੌਪ ਬਾਈ ਡ੍ਰੌਪ ਤੁਪਕਾ ਤੁਪਕਾ ਜਿਹੜਾ ਹੈਗਾ ਉਹ ਡਾਇਰੈਕਟਲੀ ਨੀਅਰ ਦਾ ਰੂਟਸ ਜੜ੍ਹਾਂ ਦੇ ਵਿੱਚ ਜਾਂਦਾ। ਤੁਸੀਂ ਦੇਖੋ ਇਹ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਜੜ੍ਹਾਂ ਦੇ ਵਿੱਚ ਜਿਹੜਾ ਪਾਣੀ ਉਹਨਾਂ ਨੇ ਲਾਇਆ ਹੋਇਆ ਇਹ ਇਥੋਂ ਤੁਪਕਾ ਤੁਪਕਾ ਹੋ ਕੇ ਜਿਹੜਾ ਪਾਣੀ ਇਹਨਾਂ ਦੀ ਜੜ੍ਹਾਂ ਦੇ ਵਿੱਚ ਜਾ ਰਿਹਾ ਹੈ। ਸੋ ਇਟ ਇਜ਼ ਕਾਲਡ ਡ੍ਰਿਪ ਸਿਸਟਮ। ਸੋ ਇਸ ਨੂੰ ਅਸੀਂ ਡ੍ਰਿਪ ਸਿਸਟਮ ਕਹਿ ਦਿੰਦੇ ਆ। ਇਟ ਇਜ਼ ਦਾ ਬੈਸਟ ਟੈਕਨੀਕ ਫॉर ਦਾ ਵਾਟਰਿੰਗ। ਕਹਿੰਦੇ ਬੈਸਟ ਟੈਕਨੀਕ ਹੈ ਵਾਟਰਿੰਗ ਦੀ ਫਰੂਟ ਪਲਾਂਟਸ ਗਾਰਡਨਸ। ਕਹਿੰਦੇ ਫਰੂਟ ਪਲਾਂਟਸ ਨੂੰ ਦੇਣ ਲਈ, ਗਾਰਡਨਸ ਨੂੰ ਦੇਣ ਲਈ ਐਂਡ ਟਰੀਜ਼ ਵਾਟਰ ਐਂਡ ਟਰੀਜ਼ ਤੇ ਰੁੱਖਾਂ ਨੂੰ ਦੇਣ ਲਈ। ਵਾਟਰ ਇਜ਼ ਨੋਟ ਵੇਸਟਡ ਐਟ ਆਲ, ਇਟ ਇਜ਼ ਬੂਨ ਇਨ ਰੀਜਨਸ। ਕਹਿੰਦਾ ਵੀ ਪਾਣੀ ਇਸ ਦੇ ਨਾਲ ਬਿਲਕੁਲ ਵੀ ਵੇਸਟ ਨਹੀਂ ਹੁੰਦਾ। ਵੇਅਰ ਅਵੇਲਟੀ ਆਫ ਵਾਟਰ ਇਜ਼ ਪੂਅਰ। ਕਹਿੰਦੇ ਜਿੱਥੇ ਪਾਣੀ ਘੱਟ ਹੁੰਦਾ, ਪਾਣੀ ਦੀ ਜਿਹੜੀ ਕਮੀ ਹੁੰਦੀ ਹੈ ਉੱਥੇ ਜਿਹੜੀ ਤਕਨੀਕ ਜਦੋਂ ਆਪਾਂ ਲਾਉਂਦੇ ਆ ਤਾਂ ਪਾਣੀ ਫਿਰ ਜ਼ਿਆਦਾ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ। देयर इज नो वेस्टेज ऑफ वाटर। कहते इस नाल की हुंदा वाटर की वेस्टेज नहीं हुंदी। इन दिस केस इट इज यूज्ड इन केस ऑफ वाटरिंग ऑफ फ्रूट ट्रीज गार्डनस। कहते इसका जिहड़ा यूज किया जाता फ्रूट के लिए एंड ट्रीज के लिए ते गार्डन दे विच यूज किया जाता है। नैक्सट है साडे कोल एक्सप्लेन द हार्मफुल इफेक्ट ऑफ माइक्रो ऑर्गेनिजम्स। कहते माइक्रो ऑर्गेनिजम के हार्मफुल इफेक्ट सन दसो। आंसर है साडे कोल माइक्रो ऑर्गेनिजम। इसकी पहला असीं एग्जांपल लवांगे। they are living organism of very small size। ये कहते बहुत छोटे समाल दे बहुत छोटे साइज दे हुंदे ने। they are so small that we cannot see them by naked eye। कहते ये इन्ने छोटे हुंदे ने कि इसनूं असीं naked eye मीनस नंगियां अखां दे नाल भी नहीं देख सकते। we would need a microscope। कहते फिर सानूं की चाहिदा है, माइक्रोस्कोप चाहिदा हुंदा है for a magnifying glass to see them। example बैक्टीरिया फूंगी। कहना जिवें बैक्टीरिया ते फूंगी हुंदे इसदी एग्जांपलां ने, इसनूं असीं माइक्रोस्कोप दे नाल जां मैग्नीफाइंग ग्लास दे नाल ही देख सकते हां। कहंदे हार्मफुल इफेक्ट ऑफ माइक्रो ऑर्गेनिजम्स। नंबर 1 आ साडे कोल माइक्रो ऑर्गेनिजम्स कॉज डिसीजेस इन एनिमल। कहंदे माइक्रो ऑर्गेनिजम की हुंदा है जानवरां दे विच बीमारियां दा कारण बनदा है। फॉर एग्जांपल इन ह्यूमन बैक्टीरिया कॉज डिसीजेस सच एज ट्यूबरकुलोसिस, कलोरिया, टाइफाइड एटसेट्रा। जिवें कि कहंदे तपदिक, हैजा अते टाइफाइड एटसेट्रा। नंबर 2 ते है इन कैटल द फूट एंड माउथ डिसीज इज कॉज्ड बाय अ वायरस। कहंदे पशुओं विच पैरां अते मूंह दी बीमारी वायरस कारण ही हुंदी है। नंबर 3 ते है आल्सो सैवरल माइक्रोब्स कॉज डिसीजेस इन प्लांट्स। कहंदे इस तो इलावा रोगाणु जिहड़े ने पौधिਆਂ विच बीमारियां दा कारण बनते हैं। फॉर एग्जाम्पल द प्रोडक्टिविटी ऑफ व्हीट, ऑरेंज, एप्पल एटसेट्रा। कहना उदाहरण के लिए कणक हो गया, संतरा हो गया एंड एप्पल दी आदि उत्पादकता उसनू प्लांटेशन करन दे लई उसदी प्रोडक्टिविटी करन दे लई इज रिड्यूस्ड ड्यू टू माइक्रोबियल डिसीजेस इन प्लांट। इन्हां पौधिਆਂ ਦੀ उत्पादकता ਜਿਹੜੀ ਹੁੰਦੀ ਹੈ प्रोडक्टिविटी ਹੁੰਦੀ ਹੈ ਉਹ ਇਹਨਾਂ ਬਿਮਾਰੀਆਂ ਦੇ ਕਰਕੇ ਘਟ ਜਾਂਦੀ ਹੈ। ਨੰਬਰ 4 ਤੇ ਆਪਣੇ ਕੋਲ certain microbes on entering into our body produce toxic substances। कहने साडे शरीर विच दाखल होण ते कुछ रोगाणु जहरीले पदार्थ पैदा करते हैं। दिस लीड्स टू फूड पॉइजनिंग। कहने इस नाल की हुंदा फिर फूड पॉइजनिंग हो जाती है। सम माइक्रो ऑर्गेनिजम सच एज फंगस स्पॉइल आवर फूड। कहने कुछ जेडे माइक्रो ऑर्गेनिजम जेडे हुंदे ने वो फंगस के रूप विच यानी उल्ली के रूप विच साडे खाने दे विच आ जांदे ने। फॉर एग्जाम्पल ब्रैड वैन लैफ्ट। कहने जो ब्रैड नूं असीं छड्ड दिंदे हां एंड यूज्ड अंडर मॉइस्ट कंडीशन, नमी दी कंडीशन दे विच गैट्स स्पॉइल्ड बाय फंगस प्रोड्यूसिंग द वाइट कॉटन। कहंदे फिर की हुंदा है उसदे उपर फंगस आ जांदी है जिवें
चिट्टी कॉटन होवे लाइक ग्रोथ ऑन द ब्रेड ते ਉਹਦੇ ਉੱਪਰ ਵਧਣ ਲੱਗ ਜਾਂਦੀ ਹੈ। ਨੈਕਸਟ ਥਰਡ ਕੁਐਸਚਨ ਆਪਣੇ ਕੋਲ ਵਾਟ ਆਰ ਦਾ ਐਡਵਾਂਟੇजेस ਆਫ ਯੂਜ਼ਿੰਗ CNG ਐਂਡ LPG ਐਜ਼ ਫਿਊਲਸ। ਕਹਿੰਦੇ CNG ਤੇ LPG ਦੇ ਐਡਵਾਂਟੇਜ ਕੀ ਨੇ। ਨੰਬਰ 1 ਤੇ ਆ ਦੇ ਕਾਜ਼ ਲੈਸ ਪੋਲੂਸ਼ਨ, ਕਹਿੰਦੇ ਇਹਦੇ ਨਾਲ ਪੋਲੂਸ਼ਨ ਘੱਟ ਹੁੰਦਾ ਹੈ। ਇਟ ਡਸ ਨਾਟ ਪ੍ਰੋਡਿਊਸਡ ਸਮੋਕ ਔਨ ਬਰਨਿੰਗ, ਕਹਿੰਦੇ ਇਸ ਨਾਲ ਕੀ ਹੁੰਦਾ ਧੂਆਂ ਨਹੀਂ ਪੈਦਾ ਹੁੰਦਾ। ਨੰਬਰ 2 ਤੇ ਦੇ ਕੈਨ ਬੀ ਈਜ਼ੀਲੀ ਟਰਾਂਸਪੋਰਟੇਟਿਡ, ਕਹਿੰਦੇ ਇਸ ਨੂੰ ਈਜ਼ੀਲੀ ਟਰਾਂਸਪੋਰਟ ਕੀਤਾ ਜਾ ਸਕਦਾ ਹੈ, ਯਾਨੀ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਇਆ ਜਾ ਸਕਦਾ ਹੈ ਥਰੂ ਪਾਈਪਲਾਈਨ ਦੇ ਵਿੱਚ ਲਿਜਾ ਕੇ। ਐਂਡ ਡਸ ਨਾਟ ਰਿਕੁਆਇਰਡ ਐਨੀ ਐਡੀਸ਼ਨਲ ਸਟੋਰੇਜ ਐਂਡ ਟਰਾਂਸਪੋਰਟ, ਤਾਂ ਕਹਿੰਦੇ ਇਸ ਲਈ ਸਾਨੂੰ ਐਡੀਸ਼ਨਲ ਸਟੋਰੇਜ ਵੀ ਨਹੀਂ ਚਾਹੀਦੀ ਤੇ ਕੋਈ ਟਰਾਂਸਪੋਰਟ ਵੀ ਨਹੀਂ ਚਾਹੀਦੀ। ਨੰਬਰ 3 ਤੇ ਆ ਦੇ ਕੈਨ ਬੀ ਡਾਇਰੈਕਟਲੀ ਯੂਜ਼ਡ ਫॉर ਬਰਨਿੰਗ, ਕਹਿੰਦੇ ਇਸ ਨੂੰ ਡਾਇਰੈਕਟਲੀ ਜਿਹੜਾ ਬਰਨ ਦੇ ਲਈ ਜਲਾਉਣ ਦੇ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈ। and does not need further retaining। number 4 ਤਾਂ ਸਾਡੇ ਕੋਲ they do not leave any solid residue on burning, ਕਹਿੰਦਾ ਜਲਣ ਤੇ ਕੁਝ ਵੀ ਜਿਹੜਾ solid ਚੀਜ਼ ਜਿਹੜੀ ਨਹੀਂ ਛੱਡਦੇ। it is therefore known as a clean fuel, ਕਹਿੰਦੇ ਇਸ ਕਰਕੇ ਇਸ ਨੂੰ ਕਲੀਨ ਫਿਊਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੰਬਰ 4 ਤਾਂ ਸਾਡੇ ਕੋਲ ਕੁਐਸਚਨ give 2 examples each of situation in which you push or pull to change the state of motion of object, ਕਹਿੰਦੇ ਧੱਕੇ ਜਾਂ ਖਿਚਾਅ ਦੇ ਦੁਆਰਾ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ। ਤਾਂ ਇਹ ਨੀਚੇ ਦੋ ਉਦਾਹਰਨਾਂ ਜਿਹੜੀਆਂ ਦਿੱਤੀਆਂ ਹੋਈਆਂ ਇਹਦੇ ਵਿੱਚ ਕੀ ਹੈ example of situation in which we push, ਕਹਿੰਦੇ ਇਹ ਐਗਜ਼ਾਮਪਲਾਂ ਜਿਹੜੀਆਂ ਨੀਚੇ ਅਸੀਂ ਦੇ ਰਹੇ ਹਾਂ ਦੋ ਵਾਲੀਆਂ, ਇਹ ਜਦੋਂ ਅਸੀਂ ਪੁਸ਼ ਕਰਦੇ ਹਾਂ। ਨੰਬਰ 1 ਤੇ ਕੀ ਆ ਫੁੱਟਬਾਲ ਪਲੇਅਰ ਪਾਸਿੰਗ ਦਾ ਬਾਲ ਟੂ ਹਿਸ ਟੀਮ, ਕਹਿੰਦੇ ਜਦੋਂ ਕੋਈ ਫੁੱਟਬਾਲ ਪਲੇਅਰ ਜਿਹੜਾ ਹੈਗਾ ਉਹ ਟੀਮਮੇਟ ਬੰਦੇ ਨੂੰ ਕੀ ਕਰਦਾ ਹੈ ਬਾਲ ਨੂੰ ਪਾਸ ਕਰਦਾ ਹੈ। ਨੰਬਰ 2 ਤੇ ਆ ਕ੍ਰਿਕਟ ਬਾਲ ਹਿੱਟ ਬਾਏ ਬੈਟਸਮੈਨ, ਕਹਿੰਦੇ ਜਿਵੇਂ ਦੇਖੋ ਪਿਕਚਰ ਵਿੱਚ ਵੀ ਦਿਖਾਇਆ ਹੋਇਆ ਜਿਵੇਂ ਕੋਈ ਜਿਹੜਾ ਬੈਟਸਮੈਨ ਹੈ ਉਹ ਬਾਲ ਨੂੰ ਹਿੱਟ ਕਰਦਾ ਹੈ। ਫਿਰ ਨੰਬਰ 2 ਤੇ ਐਗਜ਼ਾਮਪਲ ਦਿੱਤੀ ਹੋਈ ਹੈ ਸਿਚੁਏਸ਼ਨ ਦੀ ਕਿਹੜੀ ਹੈ ਇਨ ਵਿੱਚ ਕੋਈ ਪੁੱਲ ਟੂ, ਜਿਸ ਨੂੰ ਅਸੀਂ ਖਿੱਚਣਾ ਕਹਿੰਦੇ ਆ ਟੂ ਚੇਂਜ ਦਾ ਸਟੇਟ ਆਫ ਮੋਸ਼ਨ। ਨੰਬਰ 1 ਤੇ ਆ ਡਰਾਇੰਗ ਅ ਬਕਟ ਫਰੋਮ ਅ ਵੈਲ, ਜਿਵੇਂ ਦੇਖੋ ਪਿਕਚਰ ਤੇ ਦਿਖਾਇਆ ਹੋਇਆ ਇੱਥੇ ਵੀ ਕਿਸੇ ਖੂਹ ਦੇ ਵਿੱਚੋਂ ਪਾਣੀ ਨੂੰ ਖਿੱਚਣਾ ਜਿਹੜਾ ਹੈਗਾ ਉਹ ਪੁੱਲ ਹੁੰਦਾ। ਨੰਬਰ 2 ਤੇ ਕੀ ਆ ਓਪਨਿੰਗ ਅ ਡੋਰ ਫਸਟ ਸਲੋਲੀ ਐਂਡ ਦੈਨ ਰੈਪਿਡਲੀ, ਕਹਿੰਦੇ ਜਦੋਂ ਕੋਈ ਡੋਰ ਖੋਲਦੇ ਆ ਅਸੀਂ ਤਾਂ ਉਸ ਨੂੰ ਅਸੀਂ ਵੀ ਪੁੱਲ ਹੀ ਕਰਦੇ ਆ। ਤੁਸੀਂ ਜਿਵੇਂ ਕਦੇ ਸ਼ਾਪ ਤੇ ਕਦੇ ਗਏ ਹੋ ਉੱਥੇ ਲਿਖਿਆ ਹੁੰਦਾ ਪੁੱਲ, ਬਾਹਰੋਂ ਲਿਖਿਆ ਹੁੰਦਾ ਕਈ ਵਾਰ ਪੁੱਲ ਐਂਡ ਅੰਦਰੋਂ ਲਿਖਿਆ ਹੁੰਦਾ ਪੁਸ਼, ਵੀ ਜਦ ਤੁਸੀਂ ਬਾਹਰੋਂ ਤੁਸੀਂ ਅੰਦਰ ਆਉਣ ਲੱਗੇ ਹੋ ਤਾਂ ਤੁਸੀਂ ਪੁੱਲ ਕਰੋ ਖਿੱਚੋ, ਤੇ ਜਦੋਂ ਤੁਸੀਂ ਬਾਹਰ ਜਾਣ ਲੱਗੇ ਹੋ ਸ਼ੌਪ ਤੋਂ ਫਿਰ ਕੀ ਕਰੋ ਪੁਸ਼ ਕਰੋ। ਕੁਐਸਚਨ ਨੰਬਰ 5 ਆਪਣੇ ਕੋਲ ਅ ਪੈਂਡੂਲਮ oscillates 40 times in 4 seconds, find its time period and frequency। ਹੁਣ ਇਸ ਨੂੰ ਸੋਲਵ ਕਰਨਾ ਤੁਸੀਂ ਦੇਖੋ ਇਹ ਨੰਬਰ ਆਫ oscillation of 40 ਹੈ, ਟਾਈਮ ਟੇਕਨ 4 ਸੈਕਿੰਡ ਹੈ। ਹੁਣ ਤੁਸੀਂ ਇੱਥੇ ਫ੍ਰੀਕੁਐਂਸੀ ਵਾਲਾ ਫਾਰਮੂਲਾ ਲਗਾਉਣਾ ਹੈ number of oscillation upon total time, ਇਸ ਦਾ ਕੀ ਆਊਗਾ ਸਾਡੇ ਕੋਲ 40/4, 4 ਨਾਲ 40 ਦੀ ਕਟਿੰਗ ਹੋਗੀ, ਆਨਸਰ ਆਏਗਾ ਆਪਣੇ ਕੋਲ 10 ਹਰਟਜ਼। ਫਿਰ ਟਾਈਮ ਪੀਰੀਅਡ ਜਦੋਂ ਕੱਢਣਾ ਫਿਰ ਅਸੀਂ ਲਿਖਾਂਗੇ 1 upon frequency 1/10, ਫਿਰ ਨੀਚੇ 1 0 ਤਾਂ ਅਸੀਂ ਕੀ ਕਰਦੇ ਹਾਂ 1 ਛੱਡ ਕੇ ਪੁਆਇੰਟ ਲਗਾਉਂਦੇ ਹਾਂ, ਫਿਰ ਕੀ ਆਊਗਾ ਇੱਥੇ 0.1 ਸੈਕਿੰਡ। ਜੇ ਤੁਹਾਨੂੰ ਮੇਰਾ ਪੜ੍ਹਾਉਣ ਦਾ ਢੰਗ ਜਿਹੜਾ ਬਹੁਤ ਵਧੀਆ ਲੱਗ ਰਿਹਾ ਹੈ ਤਾਂ ਤੁਸੀਂ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਐਂਡ ਸ਼ੇਅਰ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਇਸ ਤਰੀਕੇ ਦੇ ਹੋਰ ਜਿਹੜੇ ਟੌਪਿਕ ਜਿਹੜੇ ਨੇ ਬੜੇ ਚੰਗੀ ਤਰ੍ਹਾਂ ਸਮਝਾਉਂਗਾ ਔਰ ਤੁਹਾਡੇ ਬੋਰਡ ਦੀ ਤਿਆਰੀ ਵੀ ਬਹੁਤ ਚੰਗੀ ਤਰ੍ਹਾਂ ਮੈਂ ਤੁਹਾਨੂੰ ਕਰਵਾ ਕੇ ਦਊਂਗਾ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਡੇ 80 ਤੋਂ 90% ਨੰਬਰ ਜਿਹੜੇ ਨੇ ਉਹ ਪੇਪਰਾਂ ਦੇ ਵਿੱਚ ਜ਼ਰੂਰ ਆਉਣ। ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਿਓ, ਮੈਂ ਤੁਹਾਡਾ ਉਸਦਾ ਆਨਸਰ ਜ਼ਰੂਰ ਕਰੂੰਗਾ। ਠੀਕ ਹੈ ਜੀ, ਤਾਂ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।